ਕਹਾਣੀ ਇੱਕ ਢੇਰੀ ਮਿੱਟੀ ਦੀ। ਕਹਾਣੀਕਾਰ ਰਾਮ ਸਰੂਪ ਅਣਖੀ। ਖੜ ਭਾਬੀ, ਮੈਂ ਲਹਾਉਣੀ ਆ। ਕੜੀ ਵਾਲਾ ਤਪਲਾ ਟੇਢਾ ਨਾ ਹੋ ਜੇ ਕਿਤੇ। ਲੱਸੀ ਦੀ ਬਾਲਟੀ ਟਾਹਲੀ ਕੋਲ ਰੱਖ ਕੇ ਸ਼ਿੰਦਰ ਨੇ ਰੋਟੀਆਂ ਵਾਲੇ ਟੋਕਰੇ ਨੂੰ ਹੱਥ ਪਾਇਆ। ਚਾਰ ਬਾਹਾਂ ਦੇ ਵੰਗਣੇ ਨੇ ਟੋਕਰਾ ਲੱਸੀ ਦੀ ਬਾਲਟੀ ਨਾਲ ਲਗਵਾਂ ਹੀ ਧਰ ਦਿੱਤਾ। ਕੱਚੇ ਡਲਿਆਂ ਦੇ ਅੜੋਕਣ ਲਾ ਦਿੱਤੇ। ਦੀਪ, ਦੀਪਿਆ, ਵੇ ਦੀਪ। ਸ਼ਿੰਦਰ ਨੇ ਉੱਚੀ ਉੱਚੀ ਹਾਕਾਂ ਮਾਰੀਆਂ। ਟਰੈਕਟਰ ਦੇ ਖੜਕੇ ਵਿੱਚ ਦੀਪ ਦੇ ਕੰਨਾਂ ਤੀਕ ਕੋਈ ਆਵਾਜ਼ ਨਾ ਪਹੁੰਚੀ। ਲੀਲਿਆ, ਜਾਂ ਤੂੰ ਜਾਵੇ। ਟਰੈਕਟਰ ਮੂਹਰੇ ਹੋ ਕੇ ਦੱਸ ਮਾਮੇ ਨੂੰ। ਨਾਲ ਆਏ ਆਪਣੇ 6-7 ਸਾਲ ਦੇ ਮੁੰਡੇ ਨੂੰ ਸ਼ਿੰਦਰ ਨੇ ਆਖਿਆ। ਮੁੰਡਾ ਟਰੈਕਟਰ ਵੱਲ ਸਿਰ ਮੈਦਾਨ ਭੱਜਿਆ। 2 ਬਿੱਘੇ ਕਣਕ ਦੇ ਵੱਢ ਨੂੰ ਪਰਸੋਂ ਹੀ ਟਿਊਬਵੈੱਲ ਦਾ ਪਾਣੀ ਲਾਇਆ ਗਿਆ ਸੀ। ਚਰੀ ਬੀਜਣ ਵਾਸਤੇ ਦੀਪ ਅੱਜ ਸਵੇਰੇ ਤੋਂ ਹੀ ਉਸ ਨੂੰ ਤਵੀਆਂ ਵਾਲੇ ਹਲ ਨਾਲ ਵਾਹ ਰਿਹਾ ਸੀ। ਪੂਰੇ ਦੂਰ ਸਾਰੇ ਇੱਕ ਸੀਰੀ ਤੇ 4 ਦਿਹਾੜੀਏ ਥੋੜ੍ਹੀ ਜਿਹੀ ਰਹਿੰਦੀ ਕਣਕ ਵੱਢ ਰਹੇ ਸਨ। ਨਣਦ ਭਰਜਾਈ ਰੋਟੀਆਂ ਵਾਲੇ ਟੋਕਰੇ ਦੇ ਕੋਲ ਹੀ ਬੈਠ ਗਈਆਂ ਤੇ ਰੋਟੀ ਖਾਣ ਵਾਲਿਆਂ ਦੀ ਉਡੀਕ ਕਰਨ ਲੱਗੀਆਂ। ਸਾਰੇ ਜਣੇ ਰੋਟੀ ਖਾ ਕੇ ਆਪਣੇ ਕੰਮ ਤੇ ਜਾ ਲੱਗੇ। ਭਾਬੀ ਭਾਂਡੇ ਮਾਂਜਣ ਲੱਗੀ। ਸ਼ਿੰਦਰ ਲੀਲੇ ਨੂੰ ਉਂਗਲੀ ਲਾ ਕੇ ਟਿਊਬਵੈੱਲ ਵੱਲ ਤੁਰ ਪਈ। ਟਿਊਬਵੈੱਲ ਵਾਲੇ ਕਮਰੇ ਦੇ ਸੱਜੇ ਪਾਸੇ ਵਿਹਲੀ ਪਈ ਥਾਂ ਤੇ ਜੋ ਇੱਕ ਥੜਾ ਜਿਹਾ ਉੱਭਰਿਆ ਹੁੰਦਾ ਸੀ, ਉਹ ਹੁਣ ਨਹੀਂ ਸੀ। ਉੱਥੇ ਤਾਂ ਜ਼ਮੀਨ ਪੱਧਰ ਕਰ ਦਿੱਤੀ ਗਈ ਸੀ। ਥੜੇ ਵਾਲੀ ਥਾਂ ਦਾ ਤਾਂ ਕੋਈ ਨਾਂ ਨਿਸ਼ਾਨ ਨਹੀਂ ਸੀ ਰਿਹਾ। ਇੱਕ ਬਿੰਦ ਉਹ ਥਾਂ ਦੀ ਥਾਂ ਖੜੀ ਸੋਚਦੀ ਰਹੀ। ਥੜਾ ਕਾਹਨੂੰ ਪੁੱਟਣਾ ਸੀ ਕਿਸੇ ਨੇ? ਲੀਲਾ ਕਮਰੇ ਦਾ ਕੁੰਡਾ ਖੋਲ੍ਹ ਕੇ ਟਿਊਬਵੈੱਲ ਦੀ ਮੋਟਰ ਨੂੰ ਹੱਥ ਲਾ ਲਾ ਕੇ ਦੇਖਣ ਲੱਗ ਪਿਆ ਸੀ। ਉਹ ਖਾਲ ਦੀ ਵੱਟ ਤੇ ਬੈਠ ਗਈ ਅਤੇ ਕਣਕ ਦੀ ਤੀਲ ਨਾਲੋਂ ਡੱਕਾ ਤੋੜ ਕੇ ਦੰਦ ਖੁਰਚਣ ਲੱਗੀ। ਸ਼ਿੰਦਰ ਪ੍ਰੈਪ ਵਿੱਚ ਪੜ੍ਹਦੀ ਸੀ। ਕਾਲਜ ਪਿੰਡ ਤੋਂ 2 ਹੀ ਮੀਲ ਸੀ। ਉਸ ਪਿੰਡ ਦੇ ਮੁੰਡੇ ਕੁੜੀਆਂ ਸਾਈਕਲਾਂ ਤੇ ਕਾਲਜ ਜਾਂਦੇ ਸਨ। ਆਲੇ ਦੁਆਲੇ ਦੇ ਹੋਰ ਕਈ ਪਿੰਡਾਂ ਤੋਂ ਵੀ ਇਸੇ ਤਰ੍ਹਾਂ ਮੁੰਡੇ ਕੁੜੀਆਂ ਸਾਈਕਲਾਂ ਤੇ ਕਾਲਜ ਆਉਂਦੇ ਸਨ। 10-12 ਪਿੰਡਾਂ ਦੇ ਵਿਚਕਾਰ ਇਹ ਇੱਕ ਭਰਪੂਰ ਕਾਲਜ ਸੀ। ਨਾਲ ਦੇ ਪਿੰਡ ਦਾ ਇੱਕ ਮੁੰਡਾ ਸੰਤੋਖ ਸ਼ਿੰਦਰ ਦੇ ਮਨ ਗੁੱਡ ਗਿਆ ਸੀ। ਸੰਤੋਖ ਵੀ ਉਸ ਨੂੰ ਚਾਹੁੰਦਾ ਸੀ। ਦੋਵੇਂ ਜਣੇ ਹਾਕੀ ਗਰਾਊਂਡ ਦੀ ਬਾਉਂਡਰੀ ਲਾਈਨ ਤੇ ਖੜੇ ਇੱਕ ਤੂਤ ਦੀਆਂ ਨੀਵੀਆਂ ਡਾਹਣੀਆਂ ਨੂੰ ਇੱਕ ਹੱਥ ਪਾਈ ਘੰਟਾ 2-2 ਘੰਟੇ ਗੱਲਾਂ ਕਰਦੇ ਰਹਿੰਦੇ। ਕੋਈ ਨਾ ਉਹਨਾਂ ਨੂੰ ਟੋਕਦਾ, ਕੋਈ ਨਾ ਉਹਨਾਂ ਨੂੰ ਝਿੜਕਦਾ ਰੋਕਦਾ। ਮੁੰਡਾ ਸੀ ਭਾਵੇਂ ਜੱਟਾਂ ਦਾ ਹੀ, ਪਰ ਗਰੀਬ ਘਰ ਦਾ ਸੀ। ਗਰੀਬੀ ਅਮੀਰੀ ਦੋਵਾਂ ਵਿਚਕਾਰ ਕੋਈ ਮਸਲਾ ਨਹੀਂ ਸੀ। ਉਹ ਤਾਂ ਇੱਕ ਦੂਜੇ ਤੇ ਜਾਨ ਦਿੰਦੇ ਸਨ। ਕੁੜੀ ਜ਼ੋਰ ਦੇ ਰਹੀ ਸੀ ਉਹਨਾਂ ਦੀ ਮੰਗਣੀ ਹੋ ਜਾਵੇ। ਵਿਆਹ ਦੀ ਅਜੇ ਕੋਈ ਕਾਹਲ ਨਹੀਂ। ਭਾਵੇਂ ਆਪਾਂ ਕਿੰਨਾ ਪੜ੍ਹ ਲਈਏ। ਕੁੜੀ ਨੇ ਮਾਂ ਕੋਲ ਗੱਲ ਕੀਤੀ। ਮਾਂ ਨੇ ਪਿਓ ਨੂੰ ਪੁੱਛਿਆ, ਹੌਲਦਾਰ ਸੰਤਾ ਸਿੰਘ? ਉਹੀ ਸੰਤਾ ਸਿੰਘ ਜਿਹੜਾ ਉੱਧਰੋਂ ਹੀ ਕਿਤੋਂ ਮੁੱਲ ਦੀ ਤੀਵੀਂ ਲੈ ਕੇ ਆਇਆ ਸੀ। ਉਸੇ ਤੀਵੀਂ ਦਾ ਮੁੰਡਾ ਹੋਣਾ ਹੈ ਸੰਤੋਖ। ਸੰਤੇ ਦੇ ਮੁੰਡੇ ਨੂੰ ਸਾਕ ਕਰਨ ਦੀ ਥਾਂ ਕੁੜੀ ਦਾ ਗਲਾ ਨਾ ਘੁੱਟ ਦਿਆਂ। ਸ਼ਿੰਦਰ ਕਾਲਜ ਜਾਂਦੀ ਰਹੀ, ਨਿਰਾਸ਼ੀ। ਸੰਤੋਖ ਨੂੰ ਉਸਨੇ ਆਖਿਆ, ਵਿਆਹ ਤਾਂ ਆਪਣਾ ਹੋਣਾ ਨਹੀਂ। ਚੱਲ ਮੈਨੂੰ ਲੈ ਚੱਲ ਕਿਧਰੇ, ਨਹੀਂ ਤਾਂ ਇਹਨਾਂ ਚੰਡਾਲਾਂ ਨੇ ਮੈਨੂੰ ਕਿਸੇ ਹੋਰ ਥਾਂ ਮੰਗ ਵਿਆਹ ਦੇਣਾ। ਬਾਪੂ ਤਾਂ ਕੌੜਾ ਝਾਕਦਾ। ਕਈ ਵਾਰੀ ਮਾਂ ਨੂੰ ਆਖ ਚੁੱਕਿਆ, ਹਟਾ ਲਾ ਕੁੜੀ ਨੂੰ ਕਾਲਜੋਂ। ਸੰਤੋਖ ਵਿੱਚ ਇੰਨੀ ਹਿੰਮਤ ਨਹੀਂ ਸੀ। ਸ਼ਿੰਦਰ ਦੇ ਬਾਪੂ ਨੇ ਉਸੇ ਸਾਲ ਇੱਕ ਪਿੰਡ ਵਿੱਚ ਆਪਣੇ ਤੋਂ ਉੱਚੇ ਘਰ ਉਸ ਨੂੰ ਮੰਗ ਦਿੱਤਾ ਤੇ ਉਸ ਨੂੰ ਕਾਲਜ ਜਾਣੋਂ ਵੀ ਹਟਾ ਲਿਆ। ਉਸ ਦਾ ਮੰਗੇਤਰ 10ਵੀਂ ਵਿੱਚੋਂ 3 ਵਾਰੀ ਫੇਲ ਹੋ ਕੇ ਘਰ ਦੇ ਕੰਮ ਵਿੱਚ ਹੀ ਪੈ ਗਿਆ ਸੀ। ਮੂੰਹ ਤੇ ਮਾਤਾ ਦੇ ਦਾਗ ਸਨ। ਇੱਕ ਅੱਖੋਂ ਥੋੜ੍ਹਾ ਜਿਹਾ ਚਿੱਟਾ ਝਾਕਦਾ ਸੀ। ਉਸ ਦੇ ਹਿੱਸੇ ਦੀ 40 ਕਿੱਲੇ ਜ਼ਮੀਨ ਦੇ ਕੇ ਸੋਨੇ ਦੀ ਡਲੀ ਸ਼ਿੰਦਰ ਵਾਸਤੇ ਮਾਤਾ ਦੇ ਦਾਗ ਤੇ ਅੱਖ ਦਾ ਚਿੱਟਾ ਉਸ ਦੇ ਬਾਪੂ ਲਈ ਕੋਈ ਗੱਲ ਨਹੀਂ ਹੋ ਗਏ ਸਨ। ਸ਼ਿੰਦਰ ਉਦਾਸ ਘਰ ਬੈਠੀ ਰਹਿੰਦੀ। ਉਸ ਦੀ ਮਾਂ ਉਸ ਨੂੰ ਕੋਈ ਵੀ ਕੰਮ ਕਰਨ ਲਈ ਨਹੀਂ ਸੀ ਕਹਿੰਦੀ। ਪਿਓ ਬਾਹਰੋਂ ਆਉਂਦਾ ਤਾਂ ਉਸ ਨੂੰ ਮਾਂ ਨੂੰ ਝਿੜਕਦਾ, ਵੱਡੂ ਖਾਊਂ ਕਰਦਾ। 70 ਵਿਛਾ ਛੱਡਿਆ ਇਹਨੇ, ਇਦੋਂ ਤਾਂ ਫੀਮ ਘੋਲ ਕੇ ਪੀ ਲਵੇ ਕੰਜਰੀ। ਸੰਤੇ ਦਾ ਮੁੰਡਾ ਕਿੱਧਰੋਂ ਪੋਲੀਆਂ ਖਵਾ ਦਿੰਦਾ ਇਹਨੂੰ। ਰਾਜਿਆਂ ਵਰਗਾ ਘਰ ਟੋਲਤਾ, ਹੋਰ ਦੱਸ ਇਹਨੇ ਕੀ ਲੈਣਾ। ਦੀਪ, ਉਸ ਦਾ ਵੱਡਾ ਭਾਈ, ਮਾਂ ਨੂੰ ਕੁੱਦ ਪੈਂਦਾ। ਆਖੇ ਕਾਲਜ ਲਾ ਦੋ ਸ਼ਿੰਦਰ ਨੂੰ, ਚਾੜ੍ਹਦਾ ਚੰਦ। ਮਾਂ ਤੈਂ ਕੀਤੀਆਂ ਸਾਰੀਆਂ। ਇਹੋ ਜਿਹੀ ਕੁੜੀ ਨੂੰ ਤਾਂ ਜੰਮਦੀ ਨੂੰ ਟੋਆ ਪੁੱਟ ਕੇ ਦੱਬ ਦੇਵੇ। ਵਿਆਹ ਤੋਂ ਮਗਰੋਂ ਮੁਸ਼ਕ ਵੀ ਇਹਦਾ ਇਸ ਪਿੰਡ 'ਚ ਆ ਗਿਆ ਤਾਂ ਕਹਿ ਦੀ। ਮਾਂ ਚੁੱਪ ਕੀਤੀ, ਸਭ ਕੁਝ ਸੁਣਦੀ ਰਹਿੰਦੀ। ਸ਼ਿੰਦਰ ਬੈਠਕ ਵਿੱਚ ਡੁਸਕਦੀ ਰਹਿੰਦੀ। ਮਾਂ ਉਸ ਨੂੰ ਦਿਲਾਸਾ ਦਿੰਦੀ, ਸਮਝਾਉਂਦੀ, ਕਦੇ ਪਿਆਰ ਨਾਲ, ਕਦੇ ਮਿੱਠਾ ਝਿੜਕ ਕੇ। ਹੌਲੀ ਸ਼ਿੰਦਰ ਕੰਮਾਂ ਨੂੰ ਹੱਥ ਪਾਉਣ ਲੱਗ ਪਈ। ਇੱਕ ਦਿਨ ਉਹ ਖੇਤ ਗਈ। ਨਾਲ ਉਸ ਦੀ ਇੱਕ ਸਹੇਲੀ ਸੀ, ਪਰਮਿੰਦਰ। ਅਸਲ ਵਿੱਚ ਪਰਮਿੰਦਰ ਹੀ ਉਸ ਨੂੰ ਖੇਤ ਲੈ ਕੇ ਗਈ ਸੀ। ਕਪਾਹ ਦੇ ਟਿੰਡਿਆਂ ਨੇ ਮੂੰਹ ਖੋਲ੍ਹੇ ਹੀ ਸਨ। ਉਹਨਾਂ ਦੇ ਟਿਊਬਵੈੱਲ ਤੇ ਬੀਜੀ ਕਪਾਹ ਬੜੀ ਸੰਘਣੀ ਸੀ, ਬੜੀ ਮੱਲੀ ਹੋਈ, ਉੱਚੀ। ਮਿੱਥੇ ਸਮੇਂ ਅਨੁਸਾਰ ਸੰਤੋਖ ਵੀ ਆ ਗਿਆ। ਪਰਮਿੰਦਰ ਟਾਹਲੀ ਥੱਲੇ ਬੈਠੀ ਇੱਕ ਕਿਤਾਬ ਫਰੋਲਦੀ ਰਹੀ। ਉਹ ਦੋਵੇਂ ਕਪਾਹ ਦੇ ਸੰਘਣੇ ਜੰਗਲ ਵਿੱਚ ਗੁਆਚੇ ਹੋਏ ਸਨ। ਪਰਮਿੰਦਰ ਦੇ ਸਰੀਰ ਵਿੱਚ ਅਜੀਬ ਕਿਸਮ ਦਾ ਸਵਾਦ ਚੱਕਰ ਲਾ ਰਿਹਾ ਸੀ।
ਉਹ ਖੁਸ਼ ਸੀ ਕਿ ਉਸਨੇ ਦੋ ਤੜਪਦੀਆਂ ਜਿੰਦੜੀਆਂ ਨੂੰ ਆਖਰ ਮਿਲਾ ਹੀ ਦਿੱਤਾ ਸੀ। ਉਸ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਉਸਨੇ ਆਪਣੇ ਸਿਰ ਤੇ ਖੜੇ ਦੀਪ ਨੂੰ ਦੇਖਿਆ। ਪਰਮਿੰਦਰ, ਤੂੰ ਇੱਥੇ ਬੈਠੀ ਐਂ? ਦੀਪ ਨੇ ਮੁਸਕਰਾ ਕੇ ਪੁੱਛਿਆ। ਪਰਮਿੰਦਰ ਦੀ ਜੀਭ ਤਾਲੂਏ ਨਾਲ ਲੱਗੀ ਹੋਈ ਸੀ ਤੇ ਫਿਰ ਦੀਪ ਨੇ ਕਪਾਹ ਦੇ ਟੂਸੇ ਹਿਲਦੇ ਦੇਖੇ। ਉਹ ਉਧਰ ਨੂੰ ਔਲਿਆ ਗੰਦਮੀ ਰੰਗ ਦਾ ਇੱਕ ਮੁੰਡਾ, ਜਿਸ ਦੀ ਠੋਡੀ ਤੇ ਲੂਈ ਫੁੱਟੀ ਹੋਈ ਸੀ, ਕਿਆਰੇ ਚੋਂ ਬਾਹਰ ਹੋਇਆ। ਦੀਪ ਦੀਆਂ ਅੱਖਾਂ ਮੂਹਰੇ ਹਨੇਰਾ ਆ ਗਿਆ ਜਦ ਉਸਨੇ ਦੇਖਿਆ ਕਿ ਸ਼ਿੰਦਰ ਵੀ ਇੱਕ ਪਾਸਿਓਂ ਬਾਹਰ ਨਿਕਲੀ ਹੈ। ਦੀਪ ਦੇ ਹੱਥ ਵਿੱਚ ਲੱਕੜ ਦੇ ਛੋਟੇ ਜਿਹੇ ਬਹੇ ਵਾਲਾ ਗੰਡਾਸਾ ਸੀ। ਟਿਊਬਵੈੱਲ ਵਾਲੇ ਕਮਰੇ ਦੇ ਬਨੇਰੇ ਨਾਲ ਖਹਿੰਦਾ ਟਾਹਲੀ ਦਾ ਇੱਕ ਡਾਹਣਾ ਉਹ ਵੱਢਣ ਆਇਆ ਸੀ। ਸ਼ਿੰਦਰ ਨੂੰ ਉਸਦੇ ਖੇਤ ਆਉਣ ਦਾ ਕੋਈ ਪਤਾ ਨਹੀਂ ਸੀ। ਬੱਦਲ ਦੀ ਛਾਂ ਵਾਂਗ ਅੱਗੇ ਵੱਧ ਕੇ ਦੀਪ ਨੇ ਸੰਤੋਖ ਦੇ ਸਿਰ ਵੱਲ ਗੰਡਾਸੇ ਦਾ ਵਾਰ ਕੀਤਾ। 3 ਟੱਕਾਂ ਨਾਲ ਹੀ ਉਸਦੀ ਲੋਥ ਖਾਲ ਵਿੱਚ ਪਈ ਤੜਪਦੀ ਸੀ। ਸ਼ਿੰਦਰ ਤੇ ਪਰਮਿੰਦਰ ਨੇ ਕੂਕਾਂ ਛੱਡੀਆਂ, ਪਰ ਜਦ ਉਹਨਾਂ ਨੇ ਦੇਖਿਆ ਕਿ ਉਹ ਉਹਨਾਂ ਵੱਲ ਵੀ ਆ ਰਿਹਾ ਹੈ, ਉਹ ਚੁੱਪ ਕਰ ਗਈਆਂ ਤੇ ਦੰਦ ਘੁੱਟ ਕੇ ਬੈਠ ਗਈਆਂ। ਉਹ ਉਹਨਾਂ ਦੋਵਾਂ ਨੂੰ ਬਾਹੋਂ ਫੜ ਕੇ ਟਿਊਬਵੈੱਲ ਵਾਲੇ ਕਮਰੇ ਵਿੱਚ ਲੈ ਗਿਆ। ਬਾਹਰਲਾ ਕੁੰਡਾ ਉਹਨਾਂ ਨੂੰ ਲਾ ਕੇ ਆਪ ਉਹ ਕਹੀ ਨਾਲ ਟੋਆ ਪੁੱਟਣ ਲੱਗ ਪਿਆ। ਅੰਦਰ ਬੈਠੀਆਂ ਉਹ ਬੜੀ ਧੀਮੀ ਆਵਾਜ਼ ਵਿੱਚ ਰੋ ਰਹੀਆਂ ਸਨ ਤੇ ਕਹੀ ਦੇ ਭਰਵੇਂ ਟੱਕਾਂ ਨੂੰ ਸੁਣ ਰਹੀਆਂ ਸਨ। ਥੋੜ੍ਹੇ ਚਿਰ ਵਿੱਚ ਹੀ ਦੀਪ ਨੇ ਸੰਤੋਖ ਦੀ ਲੋਥ ਡੂੰਘੇ ਟੋਏ ਵਿੱਚ ਦੱਬ ਕੇ ਉੱਪਰੋਂ ਚੰਗੀ ਤਰ੍ਹਾਂ ਮਿੱਟੀ ਥਾਪੜ ਦਿੱਤੀ। ਕਮਰੇ ਦਾ ਕੁੰਡਾ ਖੋਲ੍ਹ ਕੇ ਕੁੜੀਆਂ ਨੂੰ ਕੜਕਿਆ, ਖਬਰਦਾਰ ਜੇ ਪਿੰਡ ਜਾ ਕੇ ਸਾਹ ਕੱਢਿਆ। ਭਾਬੀ ਨੇ ਹਾਕ ਮਾਰੀ। ਸ਼ਿੰਦਰ ਥੜੇ ਵਾਲੀ ਥਾਂ ਤੇ ਬੈਠੀ ਮਿੱਟੀ ਦੀ ਇੱਕ ਢੇਰੀ ਬਣਾ ਰਹੀ ਸੀ। ਉਸਨੇ ਜਵਾਬ ਦਿੱਤਾ, ਚੱਲ ਭਾਬੀ, ਆਉਣੀ ਆ। ਤੇ ਉਸਦੇ ਕੋਲ ਖੜੇ ਬਿੱਟ ਤੱਕ ਰਹੇ ਮੁੰਡੇ ਨੂੰ ਉਸਨੇ ਆਖਿਆ, 2 ਮੁੱਠੀਆਂ ਤੂੰ ਵੀ ਚੜਾ ਦੇ ਇਸ ਢੇਰੀ ਤੇ।